हमारे साथ एक माजी मौजूद है, इनसे बात करते हैं कि महंगाई की शिद्दत ने इनकी ज़िंदगी कितनी मुतासिर किया है। अस्सलाम वालेकुम माजी। वालेकुम सलाम बेटा जी। कैसी हैं आप? शुक्र है अल्लाह का, आप सुनाओ ठीक हो? अल्लाह का शुक्र। माजी महंगाई जिस तरह से बढ़ती जा रही है, क्या कहेंगे इसके बारे में? बहुत ज़्यादा महंगाई, बहुत ज़्यादा। दुनिया के घर घर लड़ाइयाँ पईयां, रोने पे ने, पिटने पे ने। बच्चे निक्के निक्के रोंदे ने, जिन्हां दे प्यो वेले बैठे हुए ने, ਕੰਮਾਂ ਤੇ नहीं जाते, जाते तो आके पीरा फौज आ गई है, कारपोरेशन आ गई है, फलानी आ गई, लैके चले जाते हैं। एक रेड़ी नहीं लान देंगे, ना फट्टा लान देंगे, ना जमीन ते लान देंगे। दुनिया कित्थों खाएगी? ए दसो दुनिया के ढिड किस तरह भरनगे? ਜਿਹੜੇ ਬੱਚਿਆਂ ਦੀਆਂ ਫੀਸਾਂ ਜਾਂਦੀਆਂ, ਨਵੀਂ ਜਨਰੇਸ਼ਨ ਹੈ, ਬੱਚੇ ਜਵਾਨ ਹੁੰਦੇ ਪਏ ਆ, ਅੱਗੋਂ ਇਹਨਾਂ ਨੇ ਫੌਜੀ ਵੀ ਬਣਨਾ, ਇਹਨਾਂ ਨੇ ਦੁਨੀਆ ਤੇ ਪੁਲਿਸਾਂ ਵੀ ਬਣਨਾ, ਸਾਰਾ ਕੁਝ। ਇਹਨਾਂ ਦੇ ਢਿੱਡ ਕਿੱਥੋਂ ਭਰਨ? ਇਹਨਾਂ ਦੀ ਰੋਟੀ ਕਿੱਥੋਂ ਚਲੇ? ਇਹਨਾਂ ਦੀ ਟਿਊਸ਼ਨ ਕਿੱਥੋਂ ਚਲੇ? ਫਿਰ ਹੁੰਦੇ ਨੇ ਮਾਂ ਪਿਓ, ਫਿਰ ਲੜਦੇ ਨੇ ਦੇਖ ਕੇ ਬੱਚਿਆਂ ਨੂੰ। ਮਾਂ ਪਿਓ ਦੇ ਉੱਤੇ ਵੀ ਬੜਾ ਅਸਰ ਹੁੰਦਾ ਹੈ। ਮਾਂ ਪਿਓ ਜਦੋਂ ਲੜਦੇ ਬੱਚੇ ਵੀ ਰੋਂਦੇ ਨੇ। ਸਾਡਾ ਮਾਂ ਪਿਓ ਲੜਦਾ, ਮਾਵਾਂ ਗੁੱਸੇ ਚਲੇ ਜਾਂਦੀਆਂ ਰੋਟੀ ਤੇ। ਬੰਦਿਆਂ ਨੂੰ ਕਹਿਣਾ ਨਾ, ਬੁੜੀਆਂ ਦੀ ਕਮਾਈ ਨਾਲ ਤੇ ਬਰਕਤ ਨਹੀਂ ਪੈਂਦੀ। ਇੰਨੀ ਜਿਹੜੀ ਮਹਿੰਗਾਈ ਵੱਧ ਗਈ ਹੈ, ਇਹ ਪਹਿਲੀ ਦਫਾ ਅਸੀਂ ਤਰੀਕ 'ਚ ਵੇਖਿਆ ਹੈ। ਜ਼ਿੰਮੇਦਾਰ ਕਿਹਨੂੰ ਸਮਝਦੇ ਹੋ? ਜ਼ਿੰਮੇਦਾਰ ਆਪਣੀ ਹੁਕੂਮਤ ਜ਼ਿੰਮੇਦਾਰ ਹੈ। ਹੁਕੂਮਤ ਦੁਨੀਆ ਨੂੰ ਰੁਝਾ ਕੇ ਰੱਖਦੀ ਹੈ, ਦੁਨੀਆ ਦੇ ਚਾਨਣ ਕਰਦੀ ਹੈ। ਪਹਿਲੇ ਵੀ ਤਾਂ ਸੀ ਨਬੀ ਦੇ ਵਕਤਾਂ ਦੇ, ਦੁਨੀਆ ਦੇ ਭਾਖੇ ਲੈਂਦੇ ਸੀ, ਕਿਹੜਾ ਭੁੱਖਾ ਹੈ ਤੇ ਕਿਹੜਾ ਰੱਜਿਆ। ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਸਨ, ਦੁਨੀਆ ਨੂੰ ਕਹਿੰਦੇ ਸਨ ਰੱਜਿਆ ਕਿਹੜਾ ਤੇ ਭੁੱਖਾ ਕਿਹੜਾ। ਹੁਣ ਤਾਂ ਸਾਰੇ ਹੀ ਭੁੱਖੇ ਸੌਂਦੇ, ਕੋਈ ਰੱਜਿਆ ਤੇ ਕੋਈ ਭੁੱਖਾ। ਪਰ ਜਿਹੜੇ ਰੱਜੇ ਉਹ ਕਿਸੇ ਨੂੰ ਦਿੰਦੇ ਹੀ ਨਹੀਂ। ਉਹ ਕਹਿੰਦੇ ਲੁਕਾ ਕੇ ਖਾ ਲਓ, ਕਿਸੇ ਨੂੰ ਨਾ ਦੇਣਾ। ਜੇ ਕੋਈ ਚਲਾ ਵੀ ਜਾਏ ਤਾਂ ਉਹ ਕਹਿੰਦੇ ਨੇ ਜਾਓ, ਇਹ ਜਾਣਗੇ ਤੇ ਰੋਟੀ ਖਾਵਾਂਗੇ। ਇਹ ਜ਼ਮਾਨੇ ਤੇ ਹੋਇਆ, ਅਸੀਂ ਹੁਣ ਵੇਖਿਆ ਇੰਨੀ ਉਮਰ ਦੇ ਵਿੱਚ। ਮੈਂ ਇੰਨੀ ਉਮਰ 'ਚ ਨਹੀਂ ਦੇਖਿਆ ਇਹ ਕੰਮ ਜਿਹੜਾ ਹੁਣ ਰਿਹਾ। हाँ, मरीम नवाज साहिबा का कहना है कि 2024 तो 2026 तक महंगाई जरा ना कंट्रोल च रहेगी, मतलब एक राफ च रहेगी। उस तो पहले महंगाई ਵੱਧਦੀ आई है, ਹੁਣ 2026 ਚ ਕਹਿ ਰਹੇ ਨੇ ਕਿ ਘਟੇਗੀ। ਤੁਹਾਨੂੰ ਲੱਗਦਾ ਜਿਸ ਹਿਸਾਬ ਨਾਲ ਵੱਧ ਰਹੀ ਹੈ ਘਟੇਗੀ ਮਹਿੰਗਾਈ? ਮੈਨੂੰ ਨਹੀਂ ਲੱਗਦਾ ਘਟੇਗੀ, ਮੈਨੂੰ ਲੱਗਦਾ ਹੋਰ ਵਧੇਗੀ। ਮੈਨੂੰ ਲੱਗਦਾ ਇਹ ਤੇ ਉਹ ਹਿਸਾਬ ਹੋ ਗਿਆ, ਕੀੜੀਆਂ ਤੁਰਦੀਆਂ ਜ਼ਮੀਨ ਤੇ, ਇਹਨਾਂ ਤੋਂ ਪੱਤਾ ਲਵੋ। ਇਹ ਸਾਡੀ ਜ਼ਮੀਨ ਹੈ, ਕਿਉਂ ਤੁਰਦੀਆਂ ਪਈਆਂ ਜ਼ਮੀਨ ਤੇ? ਕੀੜੀਆਂ ਕੋ ਵੀ ਲੈਣ ਲੱਗ ਪਏ ਨੇ। ਇਹ ਜ਼ਮਾਨਾ ਆ ਗਿਆ। ਅਸਤਾਫਿਰੁੱਲਾ ਤੋਬਾ। ਦੁਨੀਆ ਤੇ ਰਹਿ ਜਾਣਾ, ਲੈ ਕੇ ਕੁਝ ਨਹੀਂ ਜਾਣਾ ਨਾਲ। ਕਹਿੰਦੇ ਨੇ ਇਨਸਾਨ ਹੱਕ ਦੀ ਕਰੇ। ਦੇਖੋ ਨਾ, ਹੁਣ ਨਵਾਜ਼ ਸ਼ਰੀਫ ਹੈ ਸਾਡਾ, ਬਰਾਦਰੀ ਹੈ, ਭੈਣ ਭਰਾ ਰਿਸ਼ਤੇਦਾਰੀ ਉਹਨਾਂ ਦੇ ਨਾਲ ਆਇਆ ਸੀ ਇਸ ਹਾਤੇ ਦੇ ਵਿੱਚ। ਉਹ ਸੁਣੇਗਾ, ਇਹ ਸਾਰੀ ਦੇਖੇਗਾ। ਆਇਆ ਸੀ ਹਾਤੇ, ਮੇਰੇ ਸਹੁਰੇ ਨਾਲ ਅਬਦੁਲ ਗਨੀ ਬੱਟ ਹੈਗਾ ਸੀ, ਹਿੰਦੁਸਤਾਨ 'ਚ ਗੱਡੀ ਚਲਾਉਂਦੇ ਸੀ, ਵੀ ਹਿੰਦੁਸਤਾਨ 'ਚ ਹੀ ਸੀ, ਆਏ ਨੇ ਇੱਥੇ। ਅੱਛਾ, ਉਹ ਇੱਥੇ ਆਇਆ ਜਦੋਂ ਬਾਦਸ਼ਾਹ ਬਣਿਆ ਪਹਿਲੀ ਦਫਾ। ਮੈਂ ਉਹ ਬਾਰੀ ਮੇਰੇ ਸਹੁਰੇ ਨੇ ਇਹਨੇ ਫੁੱਲ ਲਿਆ ਕੇ ਦਿੱਤੇ। ਇਹਨੇ ਕਹਿੰਦਾ ਪੁੱਤਰ ਇੱਥੇ ਨਵਾਜ਼ ਸ਼ਰੀਫ ਆਉਣ ਲੱਗਾ, ਉੱਤੇ ਸੂਟ। ਮੈਂ ਕਿਹਾ ਅੱਬਾ ਸਾਨੂੰ ਕੀ ਦੇਣਾ ਉਹਨਾਂ ਨੇ? ਮੇਰਾ ਸਹੁਰਾ ਕਹਿੰਦਾ ਕਿਉਂ ਨਹੀਂ ਦੇਣਾ, ਆਪਣੀ ਬਰਾਦਰੀ ਹੈ, ਰਿਸ਼ਤੇਦਾਰੀ ਹੈ, ਦੇਣਗੇ, ਗਰੀਬਾਂ ਨੂੰ ਪੁੱਛਣਗੇ। ਮੈਂ ਕਿਹਾ ਠੀਕ ਹੈ। ਉਹ ਉੱਤੋਂ ਖਲੋ ਕੇ ਮੈਂ ਇੱਥੇ ਫੁੱਲ ਸੁੱਟੇ। ਉਹਨੂੰ ਨਵਾਜ਼ ਸ਼ਰੀਫ ਨੂੰ ਪਤਾ ਹੈ, ਪਹਿਲੀ ਉਸ ਵੇਲੇ ਉਹਨੇ ਹਕੂਮਤ ਕੀਤੀ। ਉਸ ਤੋਂ ਬਾਅਦ ਦੂਸਰੀ ਹਕੂਮਤ ਕੀਤੀ। ਫਿਰ ਮੇਰੇ ਪਿਓ ਨੇ ਸਹੁਰੇ ਨੇ ਇਹਨੇ ਲਿਆ ਕੇ ਤੇ ਅਬਦੁਲ ਗਨੀ ਬੱਟ ਨੇ, ਇਹਨਾਂ ਨੂੰ ਪਤਾ ਹਾਤਾਮਾਂ ਰਾਮ ਚ ਰਹਿਣੇ। ਫਿਰ ਮੇਰੇ ਉਹਨੇ ਕਿਹਾ ਸੂਟ ਉੱਤੇ, ਮੈਂ ਫਿਰ ਸੁੱਟੇ। ਹਾਲੀ ਕਿ ਨਵਾਜ਼ ਸ਼ਰੀਫ ਪਤਾ ਕਿਸੇ ਪਾਸੇ ਪੱਤੀ ਨਹੀਂ ਆਈ ਫੁੱਲ ਦੀ। ਇਸ ਬਾਰੀ ਚੋਂ ਫੁੱਲੀਆਂ ਇੰਨੀਆਂ ਪੱਤੀਆਂ ਆਈਆਂ ਤੇ ਇੰਜਨ ਕਰ ਦਿੱਤਾ, ਇੰਜਨ ਕਰਕੇ ਚਲਾ ਗਿਆ। ਉਸ ਪੱਤੀਆਂ ਦਾ ਕੋਈ ਫਾਇਦਾ ਹੋਇਆ ਸੀ? ਕੋਈ ਵੀ ਨਾ, ਤਾਂ ਦਈ ਕੋਈ ਵੀ ਨਾ। ਹੁਣ ਸਾਡਾ ਅਸੀਂ ਕਹਿੰਦੇ ਅੱਬਾ ਚੱਲ ਚੱਲੀਏ ਉੱਥੇ, ਉਹਨਾਂ ਦੀ ਕੋਠੀ ਚੱਲੀਏ, ਤੇ ਮੇਰੇ ਸਹੁਰੇ ਨੂੰ ਪਤਾ ਕਹਿਣਾ ਅਸੀਂ ਨਹੀਂ ਜਾਣਾ ਪੁੱਤ, ਅਸੀਂ ਗਰੀਬ ਬੰਦੇ। हुकूमत च तुसीं कहंदे हो जिंदगी थोड़ी खुशहाल सी, महंगाई कंट्रोल च सी, घर च लड़ाइयां नहीं पैंदियां सी? ਉਸ ਵੇਲੇ ਨਹੀਂ ਸੀ ਪੈਂਦੀਆਂ। ਉਸ ਵੇਲੇ ਖੁੱਲੇ ਆਟੇ, ਖੁੱਲੀਆਂ ਦਾਲਾਂ, ਖੁੱਲਾ ਸਸਤਾ ਸਾਰਾ ਕੰਮ। ਹੁਣ ਤੇ ਦਾਲ ਲੈਣ ਜਾਓ ਤੇ ਦਾਲ ਨਹੀਂ ਲਈ ਜਾਂਦੀ, ਦਾਲ ਦੀ ਮਹਿੰਗਾਈ। ਹੁਣ ਦੇਖੋ ਨਾ, ਆਟਾ ਹਰੇ ਕਿੰਨੇ ਦਾ ਕਿਲੋ? 200 ਦਾ ਕਿਲੋ ਹੋਇਆ ਨਾ, 200 ਦਾ ਕਿਲੋ ਨਾ ਆਟਾ, 200 ਦਾ ਕਿਲੋ ਆਇਆ। ਜਿਨ੍ਹਾਂ 'ਚ ਸਵੇਰ ਨੂੰ ਵੀ ਰੋਟੀਆਂ ਟੱਬਰ ਦੀਆਂ ਪੱਕਣੀਆਂ 6 ਬੱਚਿਆਂ 'ਚ, ਤੇ 6 ਦੀਆਂ ਦੁਪਹਿਰ ਪੱਕਣੀਆਂ ਤੇ ਰਾਤ ਪੱਕਣੀਆਂ, ਤੇ ਉਹਦਾ ਕਿੰਨੇ ਦਾ ਆਟਾ ਲੱਗ ਗਿਆ? 600 ਦਾ। ਬਿਲਕੁਲ ਇੰਜ ਹੈ। ਆਟੇ ਦੀ ਤੁਸੀਂ ਗੱਲ ਕਰ ਰਹੇ ਹੋ, ਆਏਗਾ। ਨਵਾਜ਼ ਸਾਹਿਬਾ ਕਹਿੰਦੇ ਅਸੀਂ ਕੰਮ ਕਰਾ ਰਹੇ ਹਾਂ, ਪੁਲ ਬਣ ਰਹੇ ਨੇ, ਸੜਕਾਂ ਬਣ ਰਹੀਆਂ ਨੇ, ਬੱਚੇ ਫ੍ਰੀ ਕਰ। ਸੁਣ ਬੇਟਾ ਮੇਰੀ ਗੱਲ, ਇਹ ਵੀ ਉਹਨਾਂ ਦਾ ਠੀਕ ਹੈ, ਬਚਾਏ ਕਹਿਣਾ ਬੰਦੇ ਪਏ ਨੇ। ਉਹਨਾਂ ਨੇ ਦੁਨੀਆ ਨੂੰ ਸਹੂਲਤ ਦਿੱਤੀ ਹੈ, ਬਣਿਆ ਸਾਰਾ ਕੁਝ। ਲੇਕਿਨ ਪਹਿਲੇ ਵੀ ਦੁਨੀਆ ਜਾਂਦੀ ਸੀ, ਆਂਦੀ ਸੀ, ਸਾਰਾ ਕੁਝ ਹੁੰਦਾ ਸੀ। ਮਾਂ ਜੀ ਸੜਕਾਂ ਜਾਂ ਰੋਟੀ ਇੱਕ ਚੀਜ਼? ਮੇਰੀ ਗੱਲ ਸੁਣ, ਨਹੀਂ ਰੋਟੀ ਪਹਿਲੇ, ਰੋਟੀ ਪਹਿਲੇ, ਢਿੱਡ ਪਹਿਲੇ, ਬਾਕੀ ਬਾਅਦ ਚੋਂ ਸਾਰਾ ਕੁਝ। ਦੇਖੋ ਨਾ, ਕਹਿੰਦੇ ਢਿੱਡ ਭੁੱਖਾ ਤੇ ਮੇਲਾ ਦੱਖ ਨਹੀਂ ਦਿੰਦਾ। ਬਿਲਕੁਲ ਜੀ। ਮੇਲਿਆਂ ਨੂੰ ਕੀ ਕਰਨਾ? ਵੇਖ ਕੇ ਜੇ ਢਿੱਡ ਹੀ ਭੁੱਖਾ ਤੁਰੇ ਫਿਰੋ, ਤੇ ਕਹਿੰਦੇ ਨੇ ਢਿੱਡ ਭਰੇਗਾ ਤੇ ਸੜਕਾਂ ਸੋਹਣੀਆਂ ਲੱਗਣਗੀਆਂ, ਸਾਰਾ ਕੁਝ ਸੋਹਣਾ ਲੱਗਿਆ। ਸਹੂਲਤ ਉਹਨਾਂ ਨੇ ਕੀਤੀ, ਐਵੇਂ ਝੂਠ ਨਹੀਂ ਕਹਿਣਾ, ਸਹੂਲਤ ਕੀਤੀ ਹੈ। ਲੇਕਿਨ ਇਹ ਕਿ ਦੁਨੀਆ ਵਾਸਤੇ ਕੀਤੀ, ਦੁਨੀਆ ਦੇ ਢਿੱਡ ਵੀ ਤਾਂ ਭਰੋ। ਕਿਹੜੇ ਹੁਕਮਰਾਨ ਕੋਲੋਂ ਤੁਹਾਨੂੰ ਉਮੀਦ ਹੈ ਕਿ ਆਉਣ ਵਾਲਾ ਹੁਕਮਰਾਨ, ਜੇ ਇਹ ਹੁਕਮਰਾਨ ਆਈ ਜਾਂਦਾ ਤੇ ਮਹਿੰਗਾਈ ਕੰਟਰੋਲ 'ਚ ਅਸੀਂ ਸੁੱਖ ਚ ਆਈਆਂਗੇ? ਸੁੱਖ 'ਚ ਤਾਂ ਅਸੀਂ ਕੋਈ ਵੀ ਨਹੀਂ ਆਉਂਦੇ, ਪਰ ਜਦੋਂ ਇਮਰਾਨ ਖਾਨ ਆਇਆ ਸੀ ਉਹਨੇ ਵੀ ਆਉਂਦੇ ਅੱਗ ਲਾ ਦਿੱਤੀ ਸੀ ਹਰ ਚੀਜ਼ਾਂ ਨੂੰ, ਹੈ ਨਾ। ਉਹਨੇ ਵੀ ਅਗਲਾ ਸੀ ਕਿਹਾ ਵੀ ਹੁਣ ਕੋਈ ਹੋਰ ਆਏਗਾ ਤੇ ਸਸਤਾ ਕਰੇਗਾ। ਸਾਡੀ ਆਪਣੀ ਕੁੜੀ ਆਈ ਤੇ ਉਹਨੇ ਵੀ ਸਾਨੂੰ ਅੱਗ ਲਾ ਦਿੱਤੀ, ਉਹਨੇ ਵੀ ਸਾਡਾ ਸਾਰਾ ਕੁਝ ਖਤਮ ਕਰਤਾ। मतलब उम्मीद की किसी हुक्मरान तो नहीं? ਮੈਨੂੰ ਤਾਂ ਕਿਸੇ ਉਮੀਦ ਨਹੀਂ, ਮੈਨੂੰ ਤਾਂ ਰੱਬ ਤੇ ਉਮੀਦ ਹੈ। ਮੈਂ ਕਹਿੰਦੀ ਅੱਲਾ ਮੈਂ ਥੱਲੇ ਬੈਠੀ ਤੂੰ ਉੱਤੇ ਬੈਠਾ ਤੇ ਰੋਟੀ ਦੇਈ ਜਾ।
रोटी खाई जानी पई है माड़ी चंगी जड़ी आंदी ना जिसले खा लेनी ना वदे कहनी अल्लाह तेरा शुक्र है तेरा सान है मालका तू रोटी दिती अल्लाह कुल आलम नूं दे सादी रोटी जिस मैनू दिती अल्लाह कुल दुनिया खा के रज के सोवे मैं तो अल्लाह ने है कहनी होर मैं तो किसी को नहीं जाती जे मैं जानी हाँ किसी को जड़े आए आ वो लिख के लै जाते महीना मूना मैनू कोई देंदा ही नहीं बेवा औरत मैं ना मैनू महीना देंदे मस्कीन बच्चे मेरे को 2 है वो एक बच्ची है 2 पुत्र है एक मैं बच्ची ब्याह दी है उन्होंने माँ मर गई निक्के निक्के मैं खिदमत करनी पालना दा अल्लाह दी ज़ात है लेकिन मैनू किसी ने दिता ही नहीं देंदा ही कोई ਕੋਈ ਸਕੀਮ ਦਾ ਤੁਹਾਨੂੰ ਕੋਈ ਫਾਇਦਾ ना मैनू कोई फायदा नहीं ਮਾਂ ਜੀ ਮੈਂ ਕੁਝ ਹੁਕਮਰਾਨਾਂ ਦੇ ਨਾਲ ਆਂਗੀ ਤੁਸੀਂ ਉਹਨਾਂ ਨੂੰ ਇੱਕ ਪੈਗਾਮ ਦੇਣਾ ਤੁਸੀਂ ਵੱਡੇ ਹੋ ਸਭ ਤੋਂ ਪਹਿਲੇ ਨਵਾਜ਼ ਸ਼ਰੀਫ ਸਾਹਿਬ नवाज शरीफ मैं कहनी आवे मेरे घर मेरा पुत्र है आवे मेरे घर तो जड़े मैं रह गए ने गुजरां वाले वो भी साडी बरादरी ਸ਼ਹਬਾਜ਼ ਸ਼ਰੀਫ ਸਾਹਿਬ ਉਹਨਾਂ ਦੀਆਂ ਧੀਆਂ ਸਾਰੀਆਂ ਸਾਡੇ ਇੱਧਰ ਦਿੱਤੀਆਂ ਸ਼ਾਦਬਾਗ ਦਿੱਤੀਆਂ ਹੀ ਉਹਨਾਂ ਨੇ ਕੁੜੀਆਂ ਸਾਡੇ ਸਾਡੀ ਮਾਜ ਬੱਟ ਜਿਹੜੀ ਸੀ ਉਹ ਇਹਨਾਂ ਦੇ ਘਰ ਹੀ ਸੀ ਉਹ ਮੇਰੇ ਸਹੁਰੇ ਦੀ ਸਕੀ ਚਾਚੇ ਦੀ ਨੂੰਹ ਹੀ ਸੀ ਉਹ ਇਹਨਾਂ ਦੀ ਕੋਠੀ 'ਚ ਮਰੀ ਹੈ ਨਵਾਜ਼ ਸ਼ਰੀਫ ਦੇ ਉਹ ਸਾਡਾ ਰਿਸ਼ਤੇਦਾਰ ਸਾਡਾ ਖਾਨਦਾਨ ਹੈ ਇਹ ਬਰਾਦਰੀ ਹੈ ਸਾਡੀ ਮਰੀਮ ਨਵਾਜ਼ ਨੂੰ ਕੀ ਪੈਗਾਮ ਦੋ ਮਰੀਮ ਨਵਾਜ਼ ਸਾਡੀ ਧੀ ਹੈ ਅਸੀਂ ਤਾਂ ਧੀਆਂ ਨੂੰ ਜਾਣਾਂਗੇ ਅੱਲਾ ਨੂੰ ਜ਼ਿੰਦਗੀ ਤਾਂ ਦੀ ਸਿੱਧੇ ਤਰੱਕੀ ਦਿੱਤੀ ਹੈ ਸਾਡੀ ਧੀ ਨੂੰ ਅੱਲਾ ਨੇ ਇੱਜ਼ਤ ਦਿੱਤੀ ਕਿਸੇ ਨੇ ਨਹੀਂ ਦਿੱਤੀ ਰੱਬ ਨੇ ਦਿੱਤੀ ਇਮਰਾਨ ਖਾਨ ਨੂੰ ਕੀ ਪੈਗਾਮ ਦਿਓ ਹੈਂ? ਇਮਰਾਨ ਖਾਨ ਨੂੰ ਕੀ ਪੈਗਾਮ ਦਿਓ ਇਮਰਾਨ ਖਾਨ ਨੂੰ ਕਹਾਂਗੇ ਅੱਲਾ ਜ਼ਿੰਦਗੀ ਉਹਦੀ ਵੀ ਦੇ ਤਾਂ ਮੈਂ ਬੁਰਾ ਨਹੀਂ ਕਿਸੇ ਨੂੰ ਕਹਾਂਗੀ ਉਹ ਵੀ ਸਾਡੇ ਦਾ ਕੈਪਟਨ ਹੈਗਾ ਸੀ ਇਹਦਾ ਮੈਚ ਦਾ ਹਨਾ ਹੈਗਾ ਸੀ ਨਾ ਵਰਲਡ ਕੱਪ ਜਿਤਾਇਆ ਵਰਲਡ ਕੱਪ ਉਹਨੇ ਹਰੇ 2-3 ਵਾਰ ਜਿਤਾਇਆ ਤੇ ਜਿਸਲੇ ਉਹ ਮੈਚ ਖੇਡਦਾ ਸੀ ਸਾਰੇ ਕਹਿੰਦੇ ਅੱਲਾ ਮੀਆਂ ਮੈਚ ਜਿੱਤ ਕੇ ਆਵੇ ਮੈਚ ਜਿੱਤ ਕੇ ਆਵੇ ਇਨਸ਼ਾਅੱਲਾ ਅੱਲਾ ਉਹਨੂੰ ਜ਼ਿੰਦਗੀ ਦੇਵੇ ਜਿੱਥੇ ਵੀ ਹੈ ਬਿਲਾਵਲ ਭੁੱਟੋ ਨੂੰ ਕੀ ਪੈਗਾਮ ਦਿਓ ਉਹਨੇ ਮੈਚ ਜਿੱਤਿਆ ਤਾਂ ਦੁਨੀਆ ਨੇ ਸਜਦੇ ਉੱਥੇ ਕੀਤੇ ਗਰਾਊਂਡਾਂ 'ਚ ਉਦੋਂ ਉਹਦੀ ਇੱਜ਼ਤ ਸੀ ਬੜੀ ਇਮਰਾਨ ਖਾਨ ਦੀ ਹੁਣ ਵੀ ਅੱਲਾ ਜ਼ਿੰਦਗੀ ਦੇ ਉਹ ਲੱਗਦਾ ਮੇਰਾ ਕੁਛ ਨਹੀਂ ਪੁੱਤਰਾਂ ਵਰਗਾ ਇਹ ਵੀ ਮੇਰੀ ਧੀਆਂ ਵਰਗੀ ਬਿਲਾਵਲ ਭੁੱਟੋ ਨੂੰ ਕੀ ਪੈਗਾਮ ਦਿਓ ਬਲਾਵਲ ਭੁੱਟੋ ਤਾਂ ਮੇਰੀ ਧੀ ਦਾ ਹੀ ਪੁੱਤਰ ਹੈ ਮੈਂ ਤਾਂ ਦੇਣ ਜਿਹਨੂੰ ਪਿਆਰ ਹੀ ਬੜਾ ਕਰਨੀ ਸਾਂ ਉਹ ਜਦੋਂ ਮਰੀ ਆ ਮੈਂ ਇੰਨਾ ਰੋਈ ਬੜਾ ਰੋਈ ਮੇਰੇ ਬੱਚੇ ਕਹਿੰਦੇ ਹੁਣ ਚੁੱਪ ਵੀ ਕਰ ਜਾ ਮੈਂ ਕਿਹਾ ਨਹੀਂ ਚੁੱਪ ਕਰਨਾ ਮੈਂ ਮਗਰੋਂ ਲਵੋ ਜਾ ਫਿਰ ਮੈਂ ਰਜ਼ਾਈ ਦੇ ਵਿੱਚ ਵੜ ਕੇ ਰੋਣ ਲੱਗ ਪਈ ਦੇਖਣ ਵਾਲੀ ਆਵਾਮ ਨੂੰ ਕੀ ਕਹੋਗੇ ਅੰਤ ਤੇ ਹੈ ਦੇਖਣ ਵਾਲੀ ਆਵਾਮ ਨੂੰ ਕੀ ਕਹੋਗੇ ਕਮਨਾ ਦੀਆਂ ਬੱਚੇ ਮੇਰੇ ਅੱਜ ਦੇ ਨਵੇਂ ਜਵਾਨ ਹੁੰਦੇ ਪਏ ਅੱਲਾ ਇਹਨਾਂ ਨੂੰ ਸੁੱਖ ਦੇਵੇ ਸਹੂਲਤ ਦੇਵੇ ਸਹੂਲਤਾਂ ਰਹਿਣ ਇਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣ ਬੱਚਿਆਂ ਨੂੰ ਜ਼ਿੰਦਗੀ ਦੇਵੇ ਰੱਬ आमीन जी बहुत शुक्रिया माँ जी ਤੁਹਾਡੀ ਕੀਮਤੀ राय ਦਾ मजीद आगे बढ़ते हैं जी मेरे साथ रहिएगा अस्सलाम वालेकुम जी वालेकुम सलाम। कैसे हैं आप जी मैं शुक्र अल्लाह का ठीक हूँ। क्या नाम है मेरा नाम नासिर है। सर मरीम नवाज साहिबा का कहना है कि 2024 तक महंगाई का ग्राफ जो है वो ऊपर जा रहा था 2026 तक वो कंट्रोल में रहा है मतलब एक लाइन में रहा है और अब 2026 में महंगाई का ग्राफ नीचे आएगा आप इस बात से मुत्तफिक हैं कि महंगाई कम हो रही है बिल्कुल महंगाई का बहुत मुश्किल हो रही है क्योंकि जब इमरान खान की हुकूमत थी तो वही मरीम नवाज़ जरसे में खड़े होकर कहती थी जब पाकिस्तान का तेल महंगा हो तो वज़ीर आज़म चोर है। ठीक है, अब मरीम नवाज़ को कुछ सोचना चाहिए, हुकूमत को भी। ये पेट्रोल इमरान खान की हुकूमत में भी 300 कुछ पैसों का गया है, अब 401 रुपये का पेट्रोल पहुंच गया है। जो इन ड्राइव वाले जेंगो वाले वो बेचारा क्या करेगा? अब ज़ाहिर बात है वो अपना ऑफ करके घर बैठ जाएगा कि तेल का खर्चा नहीं है, बाइक का खर्चा है। ज़ाहिर बात है हुकूमत को सोचना चाहिए महंगाई के बारे में। कम से कम पेट्रोल से ऐसी चीज़ें जो रोज़गार काफ़ी चला हुआ है पेट्रोल के साथ। क्या समझते हैं आपके जो मरीम नवाज साहिबा का ये खिताब में उन्होंने कहा कि जी अब महंगाई का ग्राफ नीचे आएगा, नीचे आता आपको नज़र आता है? बिल्कुल ऐसा कुछ नज़र नहीं आ रहा है। मैं खुद लोंडी का सपोर्टर हूँ। ठीक है, मैं खुद इनको, क्योंकि जब महंगाई देखिए इंसान के ना जो गरीब बंदा होता है ना जिसके पास रोज़ाना का 1000 या 2000 रुपया जिसने कमाना है उसने यही कहना है 2000 आएगा मैं घर का खर्चा चलाना है। जिसके पास हज़ारों को करोड़ों के हिसाब के सैलरी आनी है जिसके पास उसको कोई मुश्किल नहीं पैदा होगी क्योंकि उसको पता है। महंगाई का मैंने सवाल किया, आपने पेट्रोल की बात की तो मरीम नवाज साहिबा कहती हैं कि हमने सब्सिडी दी है 2-2000 रुपये की, इतने लीटर पेट्रोल हम लोगों ने फ्री दिया है, ये किया है, हमने मेट्रो फ्री कर दी है, हमने देखिए मेट्रो देखिए ना भी फ्री करें तो लोगों ने पे भी जाना है। 30 रुपये की टिकट है। ठीक है, 30 या 20 रुपये की टिकट है, वहाँ हमने पे भी जाना है। लेकिन वहाँ का ये होगा जिसने सफ़र इतनी दूर करना होता है, गली मोहल्ले में कुछ ऐसे हैं जो हॉस्पिटल में जाने वाले, इन ड्राइव करवाने वाले, जो पेट्रोल डलवा के जाने वाले, उनका क्या होगा? ज़ाहिर की बात है पेट्रोल महंगा होगा, हर चीज़ महंगाई होगी। अब पेट्रोल महंगा होता है, सोना ऊपर चल जाता है, कभी हर चीज़ ऊपर चल जाती है। फिर महंगाई कवर करने के लिए पेरा फोर्स बनाई है इन्होंने। जो लॉकडाउन लगाने के क्या क्या इसका फ़ायदा कोई नुकसान है लॉकडाउन पर। बिल्कुल ऐसा ही है। आपने कहा कि जी आप नून लीग के सपोर्टर हैं, लेकिन बात आपने इमरान खान से शुरू की कि उनके दौर में इतने रुपए फी लीटर था, लेकिन आज उससे भी ज़्यादा है। तो क्या समझते हैं अगर इसी तरह से महंगाई की शरह बढ़ती रही तो वोट किसका?
वोट तो मैं ये वक्त ही बताएगा वोट किसका है, पहले कुछ नहीं कह सकते। मतलब अभी आप नून लीग के बारे में भी सोचेंगे कि दूं या ना? नहीं ऐसी बात नहीं है, लेकिन ये वक्त के साथ ही सब कुछ। कंट्रोल कौन करने वाला है महंगाई? जब तक इनकी हुकूमत ख़त्म होने से पहले शायद महंगाई कम कर दें, वाम को दिखाने के लिए, वोट को दिखाने, वोट लेने के लिए। दोबारा से वज़ीर आज़म बने तो फिर महंगाई ऊपर चली जाएगी। देखिए जी, हर चीज़ का एक वक्त है, वक्त के साथ है सब कुछ। सही बताना है, आज दिन तक आपको अच्छा लीडर कौन सा मिला? सब ने अपनी मेहनत से कमाई करके खानी है, लेकिन सपोर्टर जो होता है वो दिल से होता है और वोट वो खामोशी से होता है। बस ये कहो। ज़बरदस्त हो गया, बहुत शुक्रिया जी आपकी राय का। मज़ीद आगे बढ़ते हैं, मेरे साथ रहिएगा।